Hello students, in this lecture we will learn to correct the coefficient of correlation. ਕਦੇ ਕਦੇ ਸੋਲਵ ਕਰਨ ਦੇ ਦੌਰਾਨ ਸਾਡੇ ਕੋਲ ਕੀ ਹੁੰਦਾ ਕਿ ਕੁਝ ਡਾਟਾ ਨੂੰ ਅਸੀਂ ਗਲਤ ਰੀਡ ਕਰ ਲੈਂਦੇ ਹਾਂ, ਵੈਲਿਊਜ਼ ਨੂੰ ਰੋਂਗ ਲਿਖ ਲਿਆ ਜਾਂਦਾ। ਹੁਣ ਜਦੋਂ ਕੋਈ ਵੀ ਵੈਲਿਊ ਜਿਹੜੀ ਆ ਉਹ ਰੋਂਗ ਲੈ ਲਈ ਗਈ ਆ, ਇਨਕਰੈਕਟ ਵੈਲਿਊ ਅਸੀਂ ਲੈ ਲਈ ਤੇ ਉਹਦੇ ਨਾਲ ਕੀ ਆ ਸਾਡੀਆਂ ਸਾਰੀਆਂ ਕੈਲਕੂਲੇਸ਼ਨਸ ਗਲਤ ਹੋ ਜਾਂਦੀਆਂ। ਹੁਣ ਜਦੋਂ ਸਾਰੀਆਂ ਕੈਲਕੂਲੇਸ਼ਨਸ ਗਲਤ ਹੋ ਗਈਆਂ ਦੈਟ ਮੀਨਸ ਕਿ ਜਿਹੜਾ ਕੋਐਫੀਸ਼ੀਐਂਟ ਆਫ ਕੋਰਿਲੇਸ਼ਨ ਅਸੀਂ ਫਾਈਂਡ ਕੀਤਾ ਉਹ ਵੀ ਇਨਕਰੈਕਟ ਹੋ ਗਿਆ। ਹੁਣ ਉਹਦੇ ਵਿੱਚ ਅਸੀਂ ਕਰੈਕਸ਼ਨ ਕਰਨੀ ਆ, ਅਸੀਂ ਵਿਦਆਊਟ ਸੋਲਵਿੰਗ ਦ ਹੋਲ ਨੂਮੈਰੀਕਲ ਅਗੇਨ ਅਸੀਂ ਕਿਸ ਤਰ੍ਹਾਂ ਇਹ ਕਰੈਕਸ਼ਨ ਕਰ ਸਕਦੇ ਹਾਂ ਉਸ ਮੈਥਡ ਨੂੰ ਅਸੀਂ ਡਿਸਕਸ ਕਰਾਂਗੇ ਇਸ ਲੈਕਚਰ ਦੇ ਵਿੱਚ। ਇੱਥੇ ਮੈਂ ਇੱਕ ਐਗਜ਼ਾਮਪਲ ਲਈ ਹੈ ਜਿਹਦੇ ਵਿੱਚ ਸਾਡੇ ਕੋਲ ਡਾਟਾ ਕੀ ਗਿਵਨ ਹੈ ਕਿ n ਨੰਬਰ ਆਫ ਆਬਜ਼ਰਵੇਸ਼ਨਸ ਆਰ 125, ਸਮੇਸ਼ਨ x ਗਿਵਨ ਹੈ, ਸਮੇਸ਼ਨ y ਗਿਵਨ ਹੈ, ਸਮੇਸ਼ਨ xy ਗਿਵਨ ਹੈ। ਦੈਟ ਮੀਨਸ ਕਿ ਇਹ ਜਿਹੜੀਆਂ ਆਬਜ਼ਰਵੇਸ਼ਨ ਸਾਨੂੰ ਦਿੱਤੀਆਂ ਹੈ, ਜੋ ਡਾਟਾ ਦਿੱਤਾ ਹੈ ਦੈਟ ਇਜ਼ ਫਰੋਮ ਡਾਇਰੈਕਟ ਆਬਜ਼ਰਵੇਸ਼ਨਸ। ਹੁਣ ਇੱਥੇ ਇੱਕ ਚੀਜ਼ ਤੇ ਕਲੀਅਰ ਆ ਕਿ ਜਿਹੜਾ ਸਾਡੇ ਕੋਲ ਕੋਰਿਲੇਸ਼ਨ ਦਾ ਫਾਰਮੂਲਾ ਯੂਜ਼ ਹੋਇਆ ਆ ਉਹ ਕਿਹੜਾ ਯੂਜ਼ ਹੋਇਆ, ਜਿਹੜਾ ਅਸੀਂ ਫਸਟ ਐਗਜ਼ਾਮਪਲ ਦੇ ਵਿੱਚ ਕੀਤਾ ਸੀ, ਦੈਟ ਇਜ਼ n ਸਮੇਸ਼ਨ xy ਮਾਈਨਸ ਸਮੇਸ਼ਨ x ਸਮੇਸ਼ਨ y ਓਵਰ ਅੰਡਰ ਰੂਟ n ਸਮੇਸ਼ਨ x ਸਕੁਅਰ ਮਾਈਨਸ ਸਮੇਸ਼ਨ x ਹੋਲ ਸਕੁਅਰ ਅੰਡਰ ਰੂਟ n ਸਮੇਸ਼ਨ y ਸਕੁਅਰ ਮਾਈਨਸ ਸਮੇਸ਼ਨ y ਹੋਲ ਸਕੁਅਰ। ਇਹ ਵਾਲਾ ਫਾਰਮੂਲਾ ਯੂਜ਼ ਹੋਇਆ ਬਿਕਾਜ਼ ਡਾਟਾ ਸਾਡੇ ਕੋਲ ਇਹਦੇ ਨਾਲ ਰਿਲੇਟਡ ਹੀ ਗਿਵਨ ਆ। ਹੁਣ ਸਾਡੇ ਕੋਲ ਇਹਦੇ ਵਿੱਚ ਅਗਰ ਦੇਖੀਏ ਉਹਨਾਂ ਨੇ ਕੀ ਬੋਲਿਆ ਕਿ ਰੋਂਗ ਵੈਲਿਊਜ਼ ਜਿਹੜੀਆਂ ਹੈਗੀਆਂ ਉਹ ਹੈਗੀਆਂ 30 70 40 30 ਕਰੈਕਟ ਵੈਲਿਊਜ਼ ਹੈਗੀਆਂ ਸੀ। ਜੋ ਰੋਂਗ ਲਿਖ ਲਈਆਂ ਗਈਆਂ ਉਹ ਇਹ ਵੈਲਿਊ ਸੀ, ਜਿਹੜੀਆਂ ਕਰੈਕਟ ਵੈਲਿਊਜ਼ ਆਉਣੀਆਂ ਚਾਹੀਦੀਆਂ ਸੀ ਉਹ ਸੀ 40 90 30 60। ਅੱਛਾ, ਹੁਣ ਇੱਥੇ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਜਦੋਂ ਇਸ ਤਰ੍ਹਾਂ ਪੇਅਰਸ ਦੇ ਵਿੱਚ ਵੈਲਿਊਜ਼ ਦਿੱਤੀਆਂ ਇਹਦਾ ਮਤਲਬ ਕਿ ਇੱਕ ਨਾਲੋਂ ਜ਼ਿਆਦਾ ਵੈਲਿਊਜ਼ ਇਨਕਰੈਕਟ ਲੈ ਲਈਆਂ ਉਹਨਾਂ ਨੇ। ਜਿੰਨੀਆਂ ਵੀ ਆਬਜ਼ਰਵੇਸ਼ਨਸ ਆ 125 ਆਬਜ਼ਰਵੇਸ਼ਨਸ ਆ ਉਹਦੇ ਵਿੱਚ 2 ਪੇਅਰਸ ਜਿਹੜੇ ਆ ਉਹਨਾਂ ਨੇ ਗਲਤ ਲੈ ਲਿਆ। ਇਹਦਾ ਮਤਲਬ x y, ਇਹ ਵੀ x ਐਂਡ y, 2 ਆਬਜ਼ਰਵੇਸ਼ਨਸ ਦੇ ਪੇਅਰ ਇੱਦਾਂ ਦੇ ਆ ਜਿਹੜੇ ਕਿ ਰੋਂਗ ਲੈ ਲਏ ਗਏ ਆ। ਸੋ ਇੱਥੇ ਇਹ ਵੀ x ਆ ਇੱਕ ਆਬਜ਼ਰਵੇਸ਼ਨ, ਆ ਦੂਸਰੀ x ਆਬਜ਼ਰਵੇਸ਼ਨ, ਇੱਦਾਂ ਹੀ ਆ y ਇੱਕ ਆਬਜ਼ਰਵੇਸ਼ਨ, ਆ ਦੂਸਰੀ y ਆਬਜ਼ਰਵੇਸ਼ਨ। ਤੋਂ ਇਹ ਗਲਤ ਵੈਲਿਊਜ਼ ਆ, ਇੱਦਾਂ ਹੀ ਆ ਜਿਹੜੀਆਂ ਕਰੈਕਟ ਵੈਲਿਊਜ਼ ਇਹਨਾਂ ਦੀ ਜਗ੍ਹਾ 'ਤੇ ਆਉਣੀਆਂ ਚਾਹੀਦੀਆਂ ਸੀ। ਸੋ ਹੁਣ ਅਸੀਂ ਇਹਨਾਂ ਨੂੰ ਕਰੈਕਟ ਕਿੱਦਾਂ ਕਰਨਾ, ਦੇਖੋ ਜਦੋਂ ਅਸੀਂ ਇਹਨਾਂ ਨੂੰ ਰੋਂਗ ਲੈ ਲਿਆ ਇਹਦਾ ਮਤਲਬ ਸਾਡੀ ਆਹ ਵਾਲੀਆਂ ਸਾਰੀਆਂ ਵੈਲਿਊਜ਼ ਗਲਤ ਹੋ ਗਈਆਂ। ਅਗਰ ਅਸੀਂ ਐਕਸ ਵਾਈ ਹੀ ਗਲਤ ਲੈ ਲਏ ਤਾਂ ਓਬਵੀਅਸਲੀ ਸਾਡਾ ਸਮੇਸ਼ਨ ਐਕਸ ਵਾਈ ਵੀ ਗਲਤ ਹੋ ਗਿਆ, ਉਹਨਾਂ ਦੀ ਮਲਟੀਪਲੀਕੇਸ਼ਨ ਵੀ ਗਲਤ ਹੋ ਗਈ, ਉਹਨਾਂ ਦਾ ਸਮ ਵੀ ਗਲਤ ਹੋ ਗਿਆ, ਸਮੇਸ਼ਨ ਐਕਸ ਵੀ ਰੋਂਗ ਹੋ ਗਿਆ, ਸਮੇਸ਼ਨ ਵਾਈ ਵੀ ਰੋਂਗ ਹੋ ਗਿਆ, ਸਮੇਸ਼ਨ ਐਕਸ ਸਕੁਅਰ ਵੀ ਰੋਂਗ ਹੋ ਗਿਆ, ਤਾਂ ਸਮੇਸ਼ਨ ਵਾਈ ਸਕੁਅਰ ਵੀ ਰੋਂਗ ਹੋ ਗਿਆ। ਇਹਨਾਂ ਨੂੰ ਅਸੀਂ ਕਰੈਕਟ ਕਿੱਦਾਂ ਕਰਨਾ, ਹੁਣ ਕਰੈਕਟ ਕਰਨ ਦੇ ਲਈ ਜਿਹੜੀਆਂ ਸਾਡੇ ਕੋਲ ਪਹਿਲੇ ਇਨਕਰੈਕਟ ਵੈਲਿਊਜ਼ ਆ ਉਹਨਾਂ ਨੂੰ ਅਸੀਂ ਯੂਜ਼ ਕਰਾਂਗੇ। ਹੁਣ ਸਭ ਤੋਂ ਪਹਿਲੇ ਸਟੈਪ ਵਾਈਜ਼ ਅਸੀਂ ਸਾਰੀਆਂ ਵੈਲਿਊਜ਼ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਫਸਟ ਆਫ ਆਲ ਐਨ ਸਾਡੇ ਕੋਲ ਕਰੈਕਟ ਆ, ਸਮੇਸ਼ਨ ਐਕਸ ਗਲਤ ਹੋ ਗਿਆ, ਕਿਉਂਕਿ ਅਸੀਂ ਵੈਲਿਊਜ਼ ਹੀ ਗਲਤ ਲਿਖ ਲਈਆਂ ਐਕਸ ਦੀਆਂ, ਤੇ ਸਮੇਸ਼ਨ ਐਕਸ ਗਲਤ ਹੋ ਗਿਆ। ਹੁਣ ਕਰੈਕਟ ਅਸੀਂ ਕਿੱਦਾਂ ਕਰਾਂਗੇ, ਸਮੇਸ਼ਨ ਐਕਸ ਨੂੰ ਕਰੈਕਟ ਕਿੱਦਾਂ ਕਰਾਂਗੇ, ਸਿੰਪਲੀ ਜਿਹੜਾ ਇਨਕਰੈਕਟ ਵੈਲਿਊ ਆ ਉਹ ਕਿੰਨੀ ਆ ਸਾਡੇ ਕੋਲ 625 ਮਾਈਨਸ ਜਿਹੜੀਆਂ ਗਲਤ ਵੈਲਿਊਜ਼ ਆ ਉਹਨੂੰ ਮਾਈਨਸ ਕਰ ਦਿਓ, ਜਿਹੜੀਆਂ ਸਹੀ ਵੈਲਿਊਜ਼ ਆ ਉਹਨਾਂ ਨੂੰ ਐਡ ਕਰ ਦਿਓ। ਹੁਣ ਐਕਸ ਜਿਹੜੇ ਰੋਂਗ ਲਿਖੇ ਉਹ ਕਿੰਨੇ ਸੀ, ਇੱਕ ਵੈਲਿਊ 30 ਸੀ ਐਂਡ ਇੱਕ ਸੀ 40, 30 40। ਦੇਖੋ ਇਹ ਕੋਈ ਇੱਕ ਪੇਅਰ ਵੀ ਗਲਤ ਲਿਆ ਹੋ ਸਕਦਾ, ਕੋਈ ਇੱਕ ਨਾਲੋਂ ਜ਼ਿਆਦਾ ਪੇਅਰਸ 2 3 4 ਕਿੰਨੇ ਵੀ ਹੋ ਸਕਦੇ ਆ। ਤਾਂ ਜਿੰਨੀਆਂ ਵੀ ਗਲਤ ਵੈਲਿਊਜ਼ ਆ ਉਹਨਾਂ ਨੂੰ ਮਾਈਨਸ ਕਰਨਾ। ਇੱਥੇ ਧਿਆਨ ਰੱਖਣਾ ਕਿ ਅਸੀਂ ਕਿਤੇ 30 70 ਨਾ ਮਾਈਨਸ ਕਰ ਦਈਏ, ਇਹ ਐਕਸ ਵਾਲੀ ਅਸੀਂ ਕਰੈਕਸ਼ਨ ਕਰ ਰਹੇ ਹਾਂ ਤਾਂ ਐਕਸ ਦੀਆਂ ਵੈਲਿਊਜ਼ ਇਹ ਮਾਈਨਸ ਕਰਨੀਆਂ 30 ਇਸ ਪੇਅਰ 'ਚੋਂ ਐਂਡ ਇਸ ਪੇਅਰ 'ਚੋਂ ਐਕਸ ਦੀ ਵੈਲਿਊ ਕਿੰਨੀ ਆ 40। ਹੁਣ ਕਰੈਕਟ ਵੈਲਿਊਜ਼ ਕੀ ਆ, ਪਹਿਲੇ ਪੇਅਰ ਦੇ ਵਿੱਚ ਕਰੈਕਟ ਵੈਲਿਊ 30 ਦੀ ਜਗ੍ਹਾ 'ਤੇ ਆਉਣੀ ਸੀ 40, ਦੂਸਰੇ ਪੇਅਰ ਦੇ ਵਿੱਚ 40 ਦੀ ਜਗ੍ਹਾ 'ਤੇ ਆਉਣੀ ਸੀ 30। ਰੋਂਗ ਮਾਈਨਸ ਕਰਤੀਆਂ, ਕਰੈਕਟ ਪਲੱਸ ਕਰਤੀਆਂ। ਨਾਓ ਵੀ ਕੈਨ ਸੀ ਕਿ ਕਰੈਕਟ ਵੈਲਿਊਜ਼ ਜਿਹੜੀਆਂ ਐਡ ਹੋਈਆਂ ਉਹ ਵੀ 40 ਤੇ 30 ਹੈ, ਅਤੇ ਜਿਹੜੀਆਂ ਮਾਈਨਸ ਹੋਈਆਂ ਉਹ ਵੀ ਤੇ 40 ਤੇ 30 ਹੈ। ਦੈਟ ਮੀਨਸ ਕਿ ਸਮ ਦੇ ਵਿੱਚ ਕੋਈ ਵੀ ਡਿਫਰੈਂਸ ਨਹੀਂ ਆਇਆ। ਕਰੈਕਟ ਸਮ ਵੀ ਜਿਹੜਾ ਸਮੇਸ਼ਨ ਐਕਸ ਦਾ ਅਗੇਨ ਸਾਡੇ ਕੋਲ ਉਨਾ ਹੀ ਰਿਹਾ, ਬਿਕਾਜ਼ ਜਿੰਨਾ ਅਸੀਂ ਜਦੋਂ ਟੋਟਲ ਕੀਤਾ ਤਾਂ ਰੋਂਗ ਵੈਲਿਊਜ਼ ਦਾ ਜੋ ਸਮ ਬਣਦਾ ਉਨਾ ਹੀ ਸਮ ਜਿਹੜੀਆਂ ਕਰੈਕਟ ਵੈਲਿਊਜ਼ ਆ ਉਹਦਾ ਬਣ ਰਿਹਾ। ਸੋ ਇਸ ਕਰਕੇ ਇਹਦੇ ਵਿੱਚ ਕੋਈ ਵੀ ਚੇਂਜ ਨਹੀਂ ਆਇਆ। ਦੈਨ ਸਮੇਸ਼ਨ ਵਾਈ ਨੂੰ ਹੁਣ ਅਸੀਂ ਠੀਕ ਕਰਾਂਗੇ। ਸਮੇਸ਼ਨ ਵਾਈ ਦੇ ਕੇਸ ਦੇ ਵਿੱਚ ਸਾਡੇ ਕੋਲ ਰੋਂਗ ਜਿਹੜਾ ਆ ਉਹ ਕਿੰਨਾ ਆ 500, ਰੋਂਗ ਵੈਲਿਊਜ਼ ਕਿੰਨੀਆਂ ਹੈ 70 ਐਂਡ 30, ਮਾਈਨਸ 70 ਮਾਈਨਸ 30, ਅਤੇ ਕਰੈਕਟ ਵੈਲਿਊਜ਼ ਕਿੰਨੀਆਂ ਹੈ 90 ਐਂਡ 60, 90 ਪਲੱਸ 60। ਹੁਣ ਇਹਦੇ ਵਿੱਚ ਦੇਖੋ 100 ਮਾਈਨਸ ਹੋਇਆ 500 ਦੇ ਵਿੱਚੋਂ 400 ਬਚ ਗਿਆ, 9 6 150 ਐਡ ਹੋਏ, 400 ਪਲੱਸ
150 100 माइनस किते 150 ऐड किते। सो ये कितना बच गया साडे कोल नैट इनक्रीज कितना हो गया 50 का हो गया 550। देखो जिहड़ा एक करैक्ट वैल्यू आई है हुण पहले साडे कोल रॉन्ग वैल्यू सीगी 500 करैक्ट वैल्यू कितनी आई है 550। दो चीज़ां ठीक हो गई। तीसरी चीज़ साडे कोल फॉर्मूले च की दित्ती है समेशन एक्स वाई। समेशन एक्स वाई रॉन्ग कितना है साडे कोल 2540। हुण इहनूं करैक्ट किद्दां करना देखो फाइंड की कीता सी असीं इहदे विच एक्स इंटू वाई। इहदा मतलब जदों असीं एक्स इंटू वाई कीता उत्थे गलत हो गया। हुण गलत वाला एक्स वाई कितना सीगा दोनों पेयर गलत हो गए। एक वारी साडे कोल हैगा आ 30 इंटू 70 दूजी बार असीं की गलत माइनस करना 40 इंटू 30 ये दोनों पेयर मल्टीप्लाई हो के गलत होए। हुण इहदे विच सही वाले ऐड करने आ। सही की ऐड करांगे एक्स इंटू वाई 40 इंटू 90 प्लस 30 इंटू 60। ਇਹਦਾ जो भी आंसर आएगा वो साडे कोल आ जाएगी करैक्ट समेशन एक्स वाई। ये साडे कोल आ गया 4640। देखो प्रीवियसली साडे कोल कितना सीगा 2540 लेकिन करैक्ट करके साडे कोल ये जिहड़ा आंसर आ गया वो आ गया 4640। बहुत वड्डा चेंज आ गया इहदे विच। नाउ अगेन हुण असीं देखिए होर की साडे कोल रॉन्ग है समेशन एक्स स्केयर ते समेशन वाई स्केयर। उहनां नूं भी असीं इदां करैक्ट करांगे। समेशन एक्स स्केयर नूं करैक्ट करन दे लई की करांगे जिहड़ा पहले इनकरैक्ट है साडे कोल वो हैगा 3300। इहदे विचों जिहड़ियां भी रॉन्ग वैल्यूज़ आ उहनां दा स्केयर असीं माइनस कर दांगे क्योंकि इत्थे स्केयर दा ऐड कीता है। तो जिहड़ियां सही वैल्यूज़ आ उहनां दा स्केयर असीं ऐड कर दांगे। देखो ये रॉन्ग वैल्यूज़ सीगियां 30 एंड 40 40 एंड 30 राइट वैल्यूज़ सीगियां। इहनूं जदों असीं इत्थे सॉल्व कीता साडे कोल अगेन सेम ही वैल्यू रह गई जिद्दां समेशन एक्स दे विच आई सी बिकॉज 30 40 ही रॉन्ग लिखे सी 40 30 ही अगेन सही सी। सो नैट चेंज कुछ नहीं आया सी। ऐदां ही इहदे विच भी जिन्ना असीं माइनस कीता उन्ना ही असीं प्लस कर लिया। तो इहदे विच भी अगेन वैल्यू साडे कोल सेम रह गई। नाउ कम टू समेशन वाई स्केयर। हुण समेशन वाई स्केयर रॉन्ग जिहड़ा हैगा दैट इज़ 2300। हुण इहदे विचों असीं माइनस की करनी है जिहड़ियां रॉन्ग वैल्यूज़ आ 70 एंड 30 उन्हां दा स्केयर 70 दा स्केयर माइनस 30 दा स्केयर प्लस की करना जिहड़ियां करैक्ट वैल्यूज़ आ उन्हां दा स्केयर 90 दा स्केयर ते 60 दा स्केयर। जदों इहनूं असीं सॉल्व कीता ये साडे कोल वैल्यू आ गई 2600। हुण देखो पहले 2300 सी हुण आ गई 2600। हुण सारियां वैल्यूज़ करैक्ट हो गई। समेशन एक्स वाई भी असीं करैक्ट फाइंड कर लिया समेशन एक्स भी समेशन वाई भी समेशन एक्स स्केयर भी एंड समेशन वाई स्केयर भी। हुण असीं की करांगे सारियां जिन्नियां करैक्ट वैल्यूज़ आईयां इन्हां नूं असीं फॉर्मूले च पुट करके दोबारा कोरिलेशन फाइंड कर लांगे। ਇਹ ਹੁਣ ਜਿਹੜੀਆਂ ਅਸੀਂ ਕਰੈਕਟ ਵੈਲਿਊਜ਼ ਆ ਉਹਨਾਂ ਨੂੰ ਇਹਦੇ ਵਿੱਚ ਪੁੱਟ ਕਰਤਾ। ਹੁਣ ਅਸੀਂ ਇਹਦੇ ਤੋਂ ਇਹਨੂੰ ਸੋਲਵ ਕਰਕੇ ਆਰ ਫਾਈਂਡ ਕਰਾਂਗੇ। ਹੁਣ ਇਹਨੂੰ ਸੋਲਵ ਜਦੋਂ ਅਸੀਂ ਕੀਤਾ ਤਾਂ ਇੱਕ ਪ੍ਰੋਬਲਮ ਕੀ ਆਈ ਹੈ ਕਿ ਆਰ ਇਜ਼ ਗ੍ਰੇਟਰ ਦੈਨ 1। ਆਰ ਆ ਰਿਹਾ 10.64 ਵਿਚ ਇਜ਼ ਨਾਟ ਪੋਸੀਬਲ। ਆਰ ਤਾਂ ਸਾਡੇ ਕੋਲ 0 ਤੋਂ 1 ਦੇ ਵਿੱਚ ਵੇਰੀ ਕਰਦਾ। ਦੈਟ ਮੀਨਸ ਕਿ ਕਿਤੇ ਨਾ ਕਿਤੇ ਡਾਟਾ ਦੇ ਵਿੱਚ ਇਨਕਨਸਿਸਟੈਂਸੀ ਆ ਇਹ ਪੋਸੀਬਲ ਹੀ ਨਹੀਂ ਹੈ। ਸੋ ਆਰ ਇਜ਼ ਗ੍ਰੇਟਰ ਦੈਨ 1। ਸੋ ਇੱਥੇ ਸਾਡੇ ਕੋਲ ਡਾਟਾ ਜਿਹੜਾ ਹੈਗਾ ਡਾਟਾ ਇਜ਼ ਇਨਕਨਸਿਸਟੈਂਟ पॉसिबल ही नहीं है ये आंसर। सो दिस इज़ आर सोल्यूशन। सो इस तरह असी अगर साडे कोल डाटा उन्होंने करैक्ट दिता हुंदा तो फिर इत्थे आंसर जिहड़ा है वो 0 तो 1 दे विच किते आ जाना सी तो वो साडे कोल करैक्ट कोरिलेशन आ जानी सी। बट समटाइम्स इस तरह का केस भी आ सकता है। अगर तुहाडे कोल आर इदां आ रहा है तो दैट मीनस कि डाटा इज़ इनकनसिस्टेंट। कोई ना कोई जो बेसिकली नुमैरिकल दे विच ही डाटा दे विच कोई इनकनसिस्टेंसी हैगी है। एक केस पॉसीबल ही नहीं हैगा। इस तरह असी करैक्शन कर सकते हैं विदाउट डूइंग द होल नुमैरिकल अगेन एंड अगेन। डायरैक्टली असी जिथे जिथे भी मिसटेक आ उस चीज़ नूं सॉल्व करके असी डायरैक्टली ही करैक्शन कर सकते हैं। सो इहदे नाल ही साडा जिहड़ा कार्ल पियरसन कोरिलेशन का जिहड़ा कंसैप्ट हैगा वो कंप्लीट हो जाता है। नैक्सट लैक्चर दे विच असी स्पीयरमैनस रैंक कोरिलेशन मैथड जिहड़ा हैगा उहनूं डिस्कस करांगे।